सब तो पहला की काम करोगे जो तुरन लग गए? हैं जी ਸਾਡੇ ਕੋਲ ਰਹਿ ਕੇ ਲੋਕਾਂ ਦੀ ਸੇਵਾ ਕਰੋਗੇ? ਵਾਹ ਜੀ ਵਾਹ, ਬਹੁਤ ਵਧੀਆ ਗੱਲ ਆ ਮਾਂ। ਪਰ ਰੋਣਾ ਨਹੀਂ, ਤੂੰ ਮਾੜੀ ਜੀ ਗੱਲ ਤੇ ਰੋਣ ਲੱਗ ਗਿਆ। ਨਹੀਂ ਰੋਣਾ ਨਹੀਂ ਹੁਣ। ਆ ਦੇਖੋ ਮਾਤਾ ਜੀ ਦੇ ਪੈਰ ਬਿਲਕੁਲ ਨਾਰਮਲ ਸੀ ਕਿਸੇ ਟਾਈਮ ਪੈਰ ਇਹ, ਤੇ ਆ ਗਠੀਏ ਦੇ ਕਰਕੇ ਇਦਾਂ ਹੋ ਗਏ ਨੇ। ਇਦੋਂ ਗਾਂ ਗੋਡੇ ਵੀ ਨਹੀਂ ਖੁੱਲਦੇ, ਬਿਲਕੁਲ ਹੀ ਜੁੜ ਗਏ ਨੇ ਇੱਥੇ ਹੀ। ਤੇ ਮਾਤਾ ਜੀ ਕਰੀਬ 2.5-3 ਸਾਲਾਂ ਤੋਂ ਮੰਜੇ ਤੇ ਪਏ ਸੀ ਘਰੇ। ਬਾਪੂ ਜੀ ਨੂੰ 20 ਤੋਂ ਸਾਲ ਵੱਧ ਹੋ ਗਏ, 20 ਸਾਲ ਤੋਂ ਅੱਖਾਂ ਤੋਂ ਬਲਾਈਂਡ ਨੇ। ਪਰ ਹੁਣ ਪਿਛਲੇ 3 ਸਾਲਾਂ ਤੋਂ ਮਾਤਾ ਨੂੰ ਮੰਜੀ ਤੇ ਪਈ ਨੂੰ ਹੀ ਬਾਪੂ ਪ੍ਰਸ਼ਾਦਾ ਪਾਣੀ ਛਕਾਉਂਦੇ, ਡਾਈਪਰ ਬਦਲਦੇ, ਆਪ ਹੀ ਸਭ ਕੁਝ ਕਰਦੇ। ਇੱਕ ਬੇਟਾ ਸੀ, ਉਹ 4-5 ਸਾਲਾਂ ਦੇ ਹੋ ਕੇ ਉਹਦੀ ਡੈਥ ਹੋ ਗਈ ਸੀ। 1984 ਦੇ ਵਿੱਚ ਦਿੱਲੀ ਦੰਗਿਆਂ ਦੇ ਵਿੱਚ ਇਹ ਪਰਿਵਾਰ ਇਫੈਕਟ ਹੋਇਆ। ਉੱਥੇ ਇਹਨਾਂ ਦੀਆਂ ਦੁਕਾਨਾਂ ਨੂੰ ਵੀ ਉਦੋਂ ਸਾੜਤਾ। ਵਾਹਿਗੁਰੂ ਅੱਗੇ ਅਰਦਾਸ ਕਰਿਓ ਅਸੀਂ ਮਾਤਾ ਜੀ ਦਾ ਜਿਹੜਾ ਆਉਣ ਵਾਲਾ ਜੀਵਨ ਆ ਉਹਨੂੰ ਥੋੜਾ ਜਿਹਾ ਵੀ ਸੌਖਾ ਕਰ ਸਕੀਏ। ਕਿੱਦਾਂ ਹੋਵੇ ਗਠੀਏ ਕਰਕੇ ਆ ਦੇਖੋ ਨਾ, ਹੱਥ ਸਾਰੇ ਹੀ ਇਦਾਂ, ਉਂਗਲਾਂ ਵੀ ਹੋ ਗਈਆਂ, ਆ ਵੀ ਹੱਥ ਹੋ ਗਏ ਹਨ। ਮਾਤਾ ਉਦਾਂ ਮੰਨ ਲਓ ਠੰਡ ਤਾਂ ਨਹੀਂ ਲੱਗਦੀ ਰਾਤ ਨੂੰ? ਅੱਛਾ, ਫਰੂਟ 2 ਟਾਈਮ ਖਾਣੇ ਹੁੰਦੇ ਹੋ? ਕੱਲ 2 ਟਾਈਮ ਖਾਂਦਾ ਸੀਗਾ, ਅੱਜ ਇੱਕ ਟਾਈਮ ਹੀ ਖਾਂਦਾ ਸੀਗਾ, ਦੂਜੇ ਟਾਈਮ ਖਾਂਦੇ ਪਏ ਛਕੀ ਜਾਂਦੇ ਹੋ ਨਾ। ਤੇ ਕਿਵੇਂ ਅਮਿਤ ਤੇਰੇ ਹਿਸਾਬ ਨਾਲ ਮੰਨ ਲਓ ਆ ਲੱਤਾਂ ਦੀ ਜਿਹੜੀ ਹੈ ਨਾ, ਇਹ ਦਿਖਾਇਆ ਸੀ ਔਰਥੋ ਵਾਲਿਆਂ ਨੂੰ, ਤਾਂ ਉਹ ਤਾਂ ਕਹਿੰਦੇ ਗਠੀਏ ਕਰਕੇ ਹੀ ਆ, ਹੋਰ ਕੋਈ ਦਿੱਕਤ ਨਹੀਂ, ਨਾ ਕੋਈ ਟੁੱਟੀ ਭੱਜੀ ਨਹੀਂ ਹੋਈ ਚੀਜ਼। ਐਕਸਰੇ ਕਰਾ ਲਏ ਸਾਰੇ। ਹਾਂ ਬਹੁਤ ਸਾਲਾਂ ਤੋਂ ਆ ਨਾ, ਹਾਂ ਬਹੁਤ ਸਾਲ ਹੋ ਗਏ ਆ। ਜਿਵੇਂ ਯੂਰਿਕ ਐਸਿਡ ਦੀਆਂ ਗੱਠਾਂ ਬਣ ਜਾਂਦੀਆਂ ਨਾ, ਤੇ ਯਾਨੀ ਕਿ ਅੱਜ ਤੋਂ ਜੇ ਆਪਾਂ ਕਰੀਏ ਥੋੜੀ ਥੋੜੀ ਇਦਾਂ ਇਦਾਂ ਇਹਨਾਂ ਦੀ ਮਾੜੀ ਮਾੜੀ ਕਰਕੇ, ਹਾਂ ਵੀ ਲੱਤਾਂ ਸਿੱਧੀਆਂ ਹੋ ਜਾਣ ਕੱਲੀਆਂ ਹਨਾ। ਹੁਣ ਇਸ ਟਾਈਮ ਤਾਂ ਜਿਵੇਂ ਡਾਈਪਰ ਲਾਉਣਾ ਹੁੰਦਾ ਉਹ ਵੀ ਬੜਾ ਮੁਸ਼ਕਿਲ ਆ, ਕਿਉਂਕਿ ਲੱਤਾਂ ਇਹਨਾਂ ਦੀਆਂ ਸਿੱਧੀਆਂ ਨਹੀਂ ਹੈਗੀਆਂ। ਆ ਵੀ ਜੁੜੀਆਂ ਹੋਈਆਂ ਸੀਗੀਆਂ, ਹੁਣ ਥੋੜਾ ਥੋੜਾ ਖੁੱਲਣ ਲੱਗ ਗਿਆ। ਪਹਿਲਾਂ ਤਾਂ ਡਾਈਪਰ ਯਾਨੀ ਕਿ ਲਗਾਉਣਾ ਮੁਸ਼ਕਿਲ ਸੀ, ਕਿਉਂਕਿ ਇਦਾਂ ਨਹੀਂ ਖੁੱਲਦੀਆਂ ਇਹਨਾਂ ਦੀਆਂ। ਬਸ ਇਦੋਂ ਅੱਗੇ ਮੈਂ ਤਾਂ ਢਿੱਲਾ ਛੱਡ ਦੋ, ਜਮਾਂ ਹੀ ਢਿੱਲੀ ਛੱਡ ਦੋ ਲੱਤਾਂ, ਹੋਰ ਚੱਲ ਦੋ ਜਿਵੇਂ ਢਿੱਲਾ। ਕਿ ਇਦਾਂ ਲੱਤਾਂ ਖੁੱਲ ਜਾਂਦੀਆਂ? ਇਦਾਂ ਕਿੰਨੀਆਂ ਖੁੱਲ ਜਾਂਦੀਆਂ? ਨਹੀਂ ਗੋਡੇ ਨਹੀਂ ਬਾਪੂ, ਦੂਜੇ ਲੁੱਟ ਨੂੰ ਸਾਈਡਾਂ ਤੇ ਨੂੰ, ਜਿਵੇਂ ਆਪਾਂ ਚੌਕੜੀ ਵਾਲੀ ਮੁਦਰਾ 'ਚ। ਇਦੋਂ ਕਦ ਨਹੀਂ ਖੁੱਲਦੀਆਂ? ਇਹ ਥੋੜੀਆਂ ਥੋੜੀਆਂ ਖੋਲੋ ਰੋਜ਼ ਹੈ ਨਾ, ਤਾਂ ਜੋ ਇਹਨਾਂ ਦੀ ਐਸ ਲੁੱਟ ਨੂੰ ਤਾਂ ਪ੍ਰੋਪਰ ਇੱਕ ਲੱਤਾਂ ਖੁੱਲਣ ਲੱਗਣ। ਆਹ ਜੋੜ ਤਾਂ ਥੋੜੇ ਇਹਨਾਂ ਦੇ ਹੁਣ ਹੈ ਨਾ। ਐਕਸਰੇ ਕਿੱਥੇ ਕਾਕਾ? ਐਕਸਰਾ ਕੋਈ ਵੀ ਨਹੀਂ ਆਇਆ? ਨਹੀਂ ਐਕਸਰੇ ਹੋਏ ਉੱਥੇ ਸਾਰੇ ਜੀ, ਉੱਥੇ ਹੋਣੇ ਗੋਡਿਆਂ ਦੇ ਵੀ ਹੋ ਗਏ, ਆਹ ਚੀਜ਼ ਦੇ ਵੀ ਹੋ ਗਏ, ਸਾਰੇ ਹੋ ਗਏ, ਆਹ ਮੋਢਿਆਂ ਦੇ ਸਾਰੇ ਹੋ ਗਏ। ਗਠੀਆ ਜ਼ਿਆਦਾ ਸੀਗਾ ਮਤਲਬ। ਤੇ ਪਰ ਚਾਹੇ ਬੈੱਡ ਰੇਟਨ ਹੀ ਰਹਿਣ, ਮਤਲਬ ਆਪਾਂ ਲੱਤਾਂ ਤਾਂ ਦੀ ਐਕਸਰਸਾਈਜ਼ ਤਾਂ ਕਰਾਉਣੀ ਹੈ ਨਾ। ਬੈੱਡ ਰੇਟਨ ਤਾਂ ਇਹ ਹੁਣ ਪਿਛਲੇ 4 ਸਾਲਾਂ ਤੋਂ ਮੰਜੇ ਤੇ ਹੀ ਪਏ ਸੀ ਉੱਥੇ ਘਰੇ। ਆਰੇ ਕਰਕੇ ਲਿਖਿਆ ਡਿਊ ਤੋਂ ਆਰੇ ਕਰਕੇ। ਹਾਂ ਕਿਉਂਕਿ ਮਸਲਾ ਕੀ ਸੀਗਾ, ਇੱਕ ਤਾਂ ਇਹਦੇ ਕਰਕੇ, ਤੇ ਇੱਕ ਬਾਪੂ ਜੀ ਬਲਾਈਂਡ ਸੀਗੇ, ਉਹ ਮਤਲਬ ਰੋਟੀ ਤਾਂ ਖਵਾ ਸਕਦੇ ਸੀਗੇ, ਪਰ ਹੁਣ ਮਾਤਾ ਜੀ ਦੀ ਫਿਜ਼ੀਓ ਤਾਂ ਕਿੱਥੇ ਕਰਾ ਹੋਣੀ ਸੀ ਇਹਨਾਂ ਨੇ। ਬਾਪੂ ਜੀ ਜਦੋਂ ਇਹ ਵੋਕਰ ਨਾਲ ਜਿਹੜੀ ਲਿਆਂਦੀ ਤੁਸੀਂ, ਉਹਦੇ ਨਾਲ ਕਿੰਨੇ ਕੁ ਸਾਲ ਪਹਿਲਾਂ ਤੁਰਦੇ ਹੁੰਦੇ ਵੋਕਰ ਨਾਲ? ਵਾਕਰ ਨਾਲ ਟਰਾਇਆ ਨਹੀਂ ਹੈਗਾ ਕਦੇ ਵੀ ਨਹੀਂ ਤੁਰੇ? ਵਾਕਰ ਨਾਲ ਅਸੀਂ ਖੜਾ ਕਰਦਾ ਸਾਂ, ਬਸ 40 ਚੱਲਦਾ, 40 ਨਾਲ। ਚੋਟੀ ਨਾਲ? ਹਾਂ 40 ਜਾਂ ਫਟ ਚੱਲਦਾ। ਇਹ ਕਿੰਨਾ ਕੁ ਟਾਈਮ ਪਹਿਲਾਂ ਦੀ ਗੱਲ ਆ? ਇਹ ਹੋ ਗਏ ਘੱਟ ਹੋ ਗਏ 10 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਛੋਟੀ ਨਾਲ ਤੁਰਦੇ ਸੀ। ਹਾਂ ਜੀ ਹਾਂਜੀ। ਤੇ ਜਦੋਂ ਹੁਣ ਜਮਾਂ ਹੀ ਤੁਰਨ ਤੋਂ ਰਹਿ ਗਏ ਸੀ, ਉਹ ਕਿੰਨੇ ਸਾਲ ਹੋ ਗਏ ਸੀ? ਇਹ ਤਾਂ 2 ਸਾਲ ਹੋ ਗਏ, 2.5 ਸਾਲ ਹੋ ਗਏ, 2.5 ਸਾਲ ਤੋਂ 2.5 ਸਾਲ ਹੋ ਗਏ, ਮਤਲਬ 2018-18 ਦੇ ਬੈਠੇ ਆ। ਹਾਂਜੀ ਹਾਂਜੀ ਹਾਂਜੀ। ਇਹ ਡਿੱਗੇ ਸਨ, ਪਾਸ ਵਿੱਚ ਡਿੱਗੇ ਸਨ, ਉਸ ਵਾਰ ਡਿੱਗੇ, ਉਸ ਵਾਰ ਚੜੇ ਨਹੀਂ, ਚੱਲੇ ਨਹੀਂ ਉਦੋਂ ਉਸ ਵਾਰ ਉੱਠ ਗਏ। ਚਲੋ ਯਾਨੀ ਕਿ ਆਪਣੇ ਵੱਲੋਂ ਤੁਸੀਂ ਆਹ ਕਰੋ ਹਨਾ। ਜੇ ਮਾਲਿਸ਼ ਦੀ ਲੋੜ ਆ ਬੰਦੇ ਦੀ, ਆਪਾਂ ਡਿਊਟੀ ਲਾ ਦਿੰਦੇ, ਇੱਕ ਬੰਦਾ ਕੋਈ ਮਾਲਿਸ਼। ਲੋੜ ਨਹੀਂ, ਉਹ ਹੱਡੀਆਂ ਦਾ ਕ੍ਰੈਕ ਹੋਣ ਦਾ ਕੋਈ ਡਰ ਰਹਿੰਦਾ। ਠੀਕ ਆ, ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਡੇ
ਮਾਤਾ ਸਰਜੀਤ ਕੌਰ ਜੀ ਹੈ ਜੀ, ਸੁਰਿੰਦਰ ਕੌਰ ਜੀ ਨੇ ਸੌਰੀ, ਤੇ ਬਾਪੂ ਸਰਬਜੀਤ ਸਿੰਘ ਜੀ ਹੈ ਨਾ। ਤੁਸੀਂ ਦੇਖਿਆ ਸੀ ਪਟਿਆਲੇ ਤੋਂ ਲੈ ਕੇ ਆਏ ਸੀਗੇ, ਤੇ ਹੁਣ ਅੱਜ ਅਸੀਂ ਮਾਤਾ ਜੀ ਹੁਣੀ ਹਸਪੀਟਲ ਤੋਂ ਛੁੱਟੀ ਹੋਇਆਂ ਨੂੰ ਵੀ 4-5 ਦਿਨ ਹੋ ਗਏ ਸਾਡੇ ਕੋਲ ਆਇਆਂ ਨੂੰ। ਫਿਜ਼ੀਓਥੈਰੇਪਿਸਟ ਆ ਵੀਰ, ਇਹਦੇ ਨਾਲ ਵੀ ਗੱਲ ਕਰਦੇ ਸੀਗੇ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮਾਤਾ ਜੀ ਦੀ ਗਠੀਏ ਦੀ ਪ੍ਰੋਬਲਮ ਕਰਕੇ ਆ ਦੇਖੋ ਮਾਤਾ ਜੀ ਦੇ ਹੱਥ ਵੀ ਇਦਾਂ ਹੋ ਗਏ ਪੱਕੇ ਹੀ ਇਸੇ ਤਰ੍ਹਾਂ ਮੁੜ ਗਏ ਹਨਾ। ਆ ਗੱਠਾਂ ਬਣ ਗਈਆਂ ਦੇਖੋ, ਕਿੱਡੀਆਂ ਵੱਡੀਆਂ ਵੱਡੀਆਂ ਗੱਠਾਂ, ਮੋਟੀਆਂ ਮੋਟੀਆਂ ਗੱਠਾਂ ਇਹ ਗਠੀਏ ਦੇ ਨਾਲ ਹੁੰਦੀ ਆ। ਆਪਾਂ ਕਈ ਵਾਰੀ ਛੋਟੀ ਜੀ ਗੱਲ ਘਰੇ ਇਗਨੋਰ ਕਰ ਦਿੰਨੇ ਆ ਬਈ ਯੂਰਿਕ ਐਸਿਡ ਹੁੰਦਾ ਹਨਾ, ਆਪਣਾ ਵੱਧਦਾ ਹੁੰਦਾ, ਗੱਠਾਂ ਮਾੜਾ ਜਿਹਾ ਗਠੀਏ ਦੀ ਪ੍ਰੋਬਲਮ ਹੋਣੀ ਸ਼ੁਰੂ ਹੁੰਦੀ ਆ ਤੇ ਅਸੀਂ ਧਿਆਨ ਨਹੀਂ ਦਿੰਦੇ। ਪਰ ਮਾਤਾ ਜੀ ਦੇ ਇਸ ਹਾਲਾਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ। ਆ ਦੇਖੋ ਮਾਤਾ ਜੀ ਦੇ ਪੈਰ ਬਿਲਕੁਲ ਨਾਰਮਲ ਸੀ ਕਿਸੇ ਟਾਈਮ ਪੈਰ ਇਹ, ਤੇ ਆ ਗਠੀਏ ਦੇ ਕਰਕੇ ਇਦਾਂ ਹੋ ਗਏ ਨੇ। ਇਦੋਂ ਗਾਂ ਗੋਡੇ ਵੀ ਨਹੀਂ ਖੁੱਲਦੇ, ਬਿਲਕੁਲ ਹੀ ਜੁੜ ਗਏ ਨੇ ਇੱਥੇ ਹੀ। ਤੇ ਮਾਤਾ ਜੀ ਕਰੀਬ 2.5-3 ਸਾਲਾਂ ਤੋਂ ਮੰਜੇ ਤੇ ਪਏ ਸੀ ਘਰੇ। ਤੇ ਧੰਨਾ ਬਾਪੂ ਜੀ ਨੂੰ 20 ਤੋਂ ਸਾਲ ਵੱਧ ਹੋ ਗਏ, 20 ਸਾਲ ਤੋਂ ਅੱਖਾਂ ਤੋਂ ਬਲਾਈਂਡ ਨੇ। ਪਰ ਹੁਣ ਪਿਛਲੇ 3 ਸਾਲਾਂ ਤੋਂ ਮਾਤਾ ਨੂੰ ਮੰਜੀ ਤੇ ਪਈ ਨੂੰ ਹੀ ਬਾਪੂ ਪ੍ਰਸ਼ਾਦਾ ਪਾਣੀ ਛਕਾਉਂਦੇ, ਡਾਈਪਰ ਬਦਲਦੇ, ਆਪ ਹੀ ਸਭ ਕੁਝ ਕਰਦੇ। ਤੇ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਜਿਹੜਾ ਇਹਨਾਂ ਦੀ ਮਦਦ ਕਰੇ, ਰਿਸ਼ਤੇਦਾਰੀ 'ਚ ਵੀ ਕੋਈ ਹੈ ਨਹੀਂ ਸੀ ਜਿਹੜਾ ਇਹਨਾਂ ਕੋਲੇ ਆ ਕੇ ਰਹਿ ਸਕੇ ਹਨਾ। ਇੱਕ ਬੇਟਾ ਸੀ, ਉਹ 4-5 ਸਾਲਾਂ ਦੇ ਹੋ ਕੇ ਉਹਦੀ ਡੈਥ ਹੋ ਗਈ ਸੀ 1984 ਦੇ ਵਿੱਚ। ਦਿੱਲੀ ਦੰਗਿਆਂ ਦੇ ਵਿੱਚ ਇਹ ਪਰਿਵਾਰ ਇਫੈਕਟ ਹੋਇਆ, ਉੱਥੇ ਇਹਨਾਂ ਦੀਆਂ ਦੁਕਾਨਾਂ ਨੂੰ ਵੀ ਉਦੋਂ ਸਾੜਤਾ। ਫਿਰ 88 'ਚ ਆ ਕੇ ਪਟਿਆਲੇ ਰਹਿਣ ਲੱਗ ਗਏ ਤੇ ਆਪਦਾ PCO ਚਲਾਉਂਦੇ ਸੀ, ਵਧੀਆ ਰੋਟੀ ਖਾਂਦੇ, ਦੋਨੋਂ ਮੀਆਂ ਬੀਵੀ ਉੱਥੇ ਰਹਿੰਦੇ ਸੀ। ਪਰ ਹੁਣ 88 'ਤੇ ਆ ਕੇ ਇਹਨਾਂ ਨੇ ਉੱਥੇ PCO ਖੋਲ੍ਹਿਆ ਤੇ 2000 ਦੇ ਵਿੱਚ ਆ ਕੇ ਕਿਤੇ 2001 ਦੇ ਵਿੱਚ ਬਾਪੂ ਜੀ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ। ਉਸ ਤੋਂ ਬਾਅਦ ਚਲੋ ਮਾਤਾ ਜੀ ਵਧੀਆ ਆਪਣੇ ਹਸਬੈਂਡ ਨੂੰ ਸੰਭਾਲੀ ਜਾਂਦੇ ਸੀਗੇ, ਪਰ ਹੁਣ ਪਿਛਲੇ 3 ਸਾਲਾਂ ਤੋਂ ਇਹ ਵੀ ਮੰਜੇ ਤੇ ਪੈ ਗਏ। ਤੇ ਇਹਨਾਂ ਦੀ ਕਾਰਨ ਕੀ ਰਿਹਾ, ਕਿਉਂਕਿ ਇਹ ਸਾਰਾ ਦਿਨ ਕੰਮ 'ਚ ਲੱਗੇ ਰਹਿੰਦੇ ਸੀ, ਬਾਪੂ ਜੀ ਨੂੰ ਸੰਭਾਲਣ ਤੇ ਲੱਗੇ ਰਹਿੰਦੇ ਸੀ। ਗਠੀਏ ਦੀ ਜਾਂ ਯੂਰਿਕ ਐਸਿਡ ਦੀਆਂ ਜਿਹੜੀਆਂ ਪ੍ਰੋਬਲਮਾਂ ਨੂੰ ਕਈ ਵਾਰੀ ਅਸੀਂ ਛੋਟੀਆਂ ਪ੍ਰੋਬਲਮਾਂ ਸਮਝ ਕੇ ਧਿਆਨ ਨਹੀਂ ਦਿੰਦੇ, ਤਾਂ ਉਹ ਵੱਡੀ ਸਮੱਸਿਆ ਬਣ ਗਈ। ਹੁਣ ਵਾਹਿਗੁਰੂ ਅੱਗੇ ਅਰਦਾਸ ਕਰਿਓ ਅਸੀਂ ਮਾਤਾ ਜੀ ਦਾ ਜਿਹੜਾ ਆਉਣ ਵਾਲਾ ਜੀਵਨ ਆ ਉਹਨੂੰ ਥੋੜਾ ਜਿਹਾ ਵੀ ਸੌਖਾ ਕਰ ਸਕੀਏ, ਥੋੜਾ ਜਿਹਾ ਵੀ ਅਸੀਂ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਖੁਸ਼ੀਆਂ ਭਰ ਸਕੀਏ। ਦੋਨੋਂ ਮੀਆਂ ਬੀਵੀ ਸਾਡੇ ਕੋਲੇ ਨੇ, ਬਾਪੂ ਜੀ ਤੇ ਮਾਤਾ ਜੀ। ਤੇ ਬਾਪੂ ਹਾਕਮ ਸਿੰਘ ਜੀ ਫਰੂਟ ਛਕਾਈ ਜਾਂਦੇ ਨੇ ਮਾਤਾ ਜੀ ਨੂੰ, ਕਿਉਂਕਿ ਇੱਥੇ ਬਾਪੂ ਹਾਕਮ ਸਿੰਘ ਜੀ ਦੇ ਭਰਾ ਬਹੁਤ ਮਾੜੀ ਹਾਲਤ 'ਚ ਆਏ ਸੀ, ਹਰਨੇਕ ਸਿੰਘ। ਉਹਨਾਂ ਦੇ ਬਹੁਤ ਵੱਡੇ ਵੱਡੇ ਜ਼ਖਮ ਸੀ ਪਿੱਛੇ, ਪੂਰੀ ਬਾਡੀ ਉਹਨਾਂ ਦੀ ਪੈਰਾਲਾਈਜ਼ ਹੋ ਗਈ ਸੀਗੀ। ਤੇ ਅੱਜ ਬਾਪੂ ਜੀ ਆਪਣੇ ਭਰਾ ਨੂੰ ਵੀ ਨਾਲ ਸਾਂਭਦੇ ਨੇ ਤੇ ਨਾਲ ਦੀ ਨਾਲ ਹੋਰਾਂ ਮਰੀਜ਼ਾਂ ਨੂੰ ਵੀ। ਜੇ ਕੋਈ ਵੀਰ ਆ ਉਹਨੂੰ ਭਰਾ ਬਣਾ ਕੇ, ਜੇ ਕੋਈ ਮਾਂ ਆ ਤੇ ਉਹਨੂੰ ਮਾਂ ਜਾਂ ਭੈਣ ਬਣਾ ਕੇ, ਆਪਣੇ ਵੱਲੋਂ ਅਸੀਂ ਇੱਕੋ ਰਿਸ਼ਤਿਆਂ ਦੀ ਦੁਨੀਆ ਕਾਇਮ ਕੀਤੀ ਹੈ, ਜਿਹਨੂੰ ਸੁਪਨਿਆਂ ਦਾ ਘਰ ਕਹਿੰਦੇ ਹਾਂ ਅਸੀਂ। ਤੇ ਬਾਪੂ ਜੀ ਕਿੱਦਾਂ, ਠੀਕ ਹੈ? ਇੱਥੇ ਕੋਈ ਦਿੱਕਤ ਤਾਂ ਨਹੀਂ, ਪਰੇਸ਼ਾਨੀ ਤਾਂ ਨਹੀਂ? आपके पति तो बहुत सेवा करते हैं बेचारे, मेरी बहुत सेवा करते हैं। ਠੀਕ ਹੈ ਬਾਪੂ ਜੀ, ਕੋਈ ਸਮੱਸਿਆ? कोई समस्या नहीं। ਮਾਂ ਤੁਹਾਨੂੰ ਕੋਈ ਠੀਕ ਆ ਸਭ ਕੁਝ? ਰੋਟੀ ਪਾਣੀ ਸਾਰਾ ਕੁਝ ਸਹੀ ਮਿਲਦਾ ਟਾਈਮ ਟੂ ਟਾਈਮ? ਹਾਂਜੀ ਹਾਂਜੀ ਸਫਾਈ, ਡਾਈਪਰ ਡੂਪਰ ਸਾਰਾ ਕੁਝ? ਹਾਂਜੀ ਬਸ ਮੇਰੀ ਮਾਂ ਨੂੰ ਮਹਾਰਾਜ ਤੰਦਰੁਸਤੀ ਬਖਸ਼ ਦੇਣ, ਤੁਰਨ ਲੱਗ ਜਾਵੇ ਬੇਬੇ ਸਾਡੀ, ਹੈ ਨਾ। ਜੇ ਬੇਬੇ ਤੁਰਨ ਲੱਗ ਗਈ ਤੂੰ ਫਿਰ ਕੀ ਕਰੇਂਗੀ? ਸਭ ਤੋਂ ਪਹਿਲਾਂ ਕੀ ਕੰਮ ਕਰੋਗੇ ਜਦੋਂ ਤੁਰਨ ਲੱਗ ਗਏ? ਹਾਂਜੀ, ਸਾਡੇ ਕੋਲ ਰਹਿ ਕੇ ਲੋਕਾਂ ਦੀ ਸੇਵਾ ਕਰੋਗੇ? ਵਾਹ ਜੀ ਵਾਹ, ਬਹੁਤ ਵਧੀਆ ਗੱਲ ਆ ਮਾਂ। ਬਸ ਆਹੀ ਸੋਚਨੇ ਮਾਂ, ਠੀਕ ਕਰਨਾ। ਪਰ ਰੋਣਾ ਨਹੀਂ, ਤੂੰ ਮਾੜੀ ਜੀ ਗੱਲ ਤੇ ਰੋਣ ਲੱਗ ਜਾਂਦੀ ਹੈ, ਰੋਣਾ ਨਹੀਂ ਹੁਣ। ਹਾਂਜੀ मैं मर्डर चक्का सीखा, मैंने लगे अस्पताल में लेके ठीक करके ले आए हो, जी करके ले आए हो ठीक। ਜੀ 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 ਜੀ। और जिस हारी ना रोंदे क्योंकि मैं घर अपना बढ़िया था, इतने मतलब ਭਾਣੇ 'ਚ ਰਹਿੰਦੇ ਨੇ ਬਾਪੂ ਜੀ, ਹੈ ਨਾ। ਨਹੀਂ ਇਹ ਵੱਡੀ ਗੱਲ ਆ ਬਾਪੂ ਜੀ, ਤੁਸੀਂ ਭਾਣੇ ਦੇ ਵਿੱਚ ਹੋ ਨਾ, ਇਹ ਸਭ ਤੋਂ ਵੱਡੀ ਗੱਲ ਆ। ਦੇਖੋ ਰੋ ਕੇ ਵੀ ਤੇ ਚਾਹੇ ਹੱਸ ਕੇ ਸਮਾਂ ਤਾਂ ਕੱਢਣਾ ਹੀ ਪੈਣਾ ਸੀ, ਹੈ ਨਾ। ਜਿਹੜਾ ਤੁਸੀਂ 20 ਸਾਲ ਦਾ ਸਮਾਂ ਕੱਢਿਆ, टाइम कटे आपे कटेगा मार ਬਸ ਅਗਲਾ ਵੀ ਕੱਢੂਗਾ, ਅਗਲਾ ਵੀ ਕੱਢੂਗਾ। गुरुपुरब का तो भाई कदम है। ਇਹ ਜੀ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਗਏ ਨੇ अच्छा ਤੇ 9 ਤਰੀਕ ਦੇ ਭੋਗ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਹਾਂ, ਵੈਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਤਰੀਕ ਨੂੰ ਹੁੰਦਾ ਗੁਰਪੁਰਬ, ਭੋਗ 5 ਤਰੀਕ ਨੂੰ ਪੈਣੇ ਸੀ। ਪਰ ਜਿਹੜਾ ਨਾਨਕਸ਼ਾਹੀ ਕੈਲੰਡਰ ਹੁਣ ਇਹਨਾਂ ਨੇ ਬਣਾਇਆ ਵਾ ਉਹਦੇ ਮੁਤਾਬਕ 9 ਤਰੀਕ ਨੂੰ ਆ। ਠੀਕ ਆ ਮਾਂ, ਫਿਕਰ ਨਹੀਂ ਕਰਨਾ। ਤੇਰੇ ਪੁੱਤ ਆ, ਤੇਰਾ ਮੈਂ ਉਹ ਪੁੱਤ, ਕੀ ਨਾਂ ਸੀ ਮਾਂ ਤੇਰੇ ਬੇਟੇ ਦਾ ਜਿਹਦੀ ਡੈਥ ਹੋ ਗਈ ਸੀ? ਗਗਨਦੀਪ ਸਿੰਘ। ਗਗਨਦੀਪ ਸਿੰਘ। ਤੈਨੂੰ ਪਤਾ ਮੁੰਡੇ ਦਾ ਨਾਂ ਗਗਨਦੀਪ ਆ? ਗਗਨਦੀਪ, ਉਹ ਵੀ ਗਗਨ ਆ ਇੱਥੇ। ਅਸੀਂ ਵੀ ਤੇਰੇ ਪੁੱਤ ਆ, ਗਗਨ ਹੀ ਆ। ਮੈਂ ਤੈਨੂੰ ਉਦੋਂ ਵੀ ਕਿਹਾ ਸੀ, ਤੁਸੀਂ ਕਿਹਾ ਸੀ ਕਿ ਵੀ ਮੈਨੂੰ ਮੈਂ ਸੋਚ ਨਹੀਂ ਪਾ ਰਹੀ ਹਜੇ, ਵੀ ਮੈਂ ਹੋਰ ਤਰ੍ਹਾਂ ਸੋਚਦੀ ਆ, ਤੁਸੀਂ ਹੋਰ ਤਰ੍ਹਾਂ ਸੋਚਦੇ ਹੋ, ਹਨਾ।
ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਾਂ ਕੋਈ ਨਾ, ਹੌਲੀ ਹੌਲੀ ਤੁਸੀਂ ਨਵੇਂ ਥਾਂ ਤੇ ਆਏ ਹੋ, ਪਤਾ ਨਹੀਂ ਲੱਗਦਾ ਕਈ ਵਾਰੀ, ਕਿਉਂਕਿ ਆਹ ਮੁੰਡੇ ਦਾ ਨਾਂ ਵੀ ਗਗਨਦੀਪ ਆ ਮਾਂ, ਅਸੀਂ ਇਹਨੂੰ ਬਿੱਲਾ ਕਹਿੰਦੇ ਆ। ਮਾਤਾ ਜੀ ਦਾ ਬੇਟੇ ਦਾ ਨਾਂ ਗਗਨ ਸੀਗਾ ਜਿਹਨਾਂ ਦੀ ਡੈਥ ਹੋ ਗਈ ਸੀਗੀ। ਇਹ ਵੀ ਮਾਂ ਤੇਰਾ ਪੁੱਤ ਆ, ਇਹ ਇੱਥੇ ਹੀ ਹੁੰਦਾ 24 ਘੰਟੇ ਤੁਹਾਡੇ ਕੋਲੇ, ਹਸਪਤਾਲ ਦੀ ਡਿਊਟੀ ਇਹਨੂੰ ਆ, ਮੈਡੀਕਲ ਦਵਾਈਆਂ ਦਾ ਸਾਰਾ ਕੁਝ ਨਾ। ਤੇ ਇਹਨੂੰ ਗਗਨਦੀਪ ਕਹਿ ਕੇ ਹਾਕ ਮਾਰਨੀ, ਠੀਕ ਆ? ਠੀਕ ਆ ਮਾਂ? ਇਹ ਵੀ ਪੁੱਤ ਆ ਮਾਂ ਤੇਰੇ, ਅਸੀਂ ਵੀ ਤੇਰੇ ਪੁੱਤ ਆ। ਮੇਰੀ ਮਾਂ ਨੂੰ ਮਹਾਰਾਜ ਤੰਦਰੁਸਤੀ ਬਖਸ਼ੇ, ਠੀਕ ਹੋ ਕੇ ਮੇਰੀ ਮਾਂ ਸੇਵਾ ਤੇ ਲੱਗੀ। ਅਸੀਂ ਤਾਂ ਇਹ ਅਰਦਾਸ ਕਰਦੇ ਆਂ ਵੀ ਤੂੰ ਗੁਰੂ ਘਰ ਦੀ ਸੇਵਾ ਸੰਭਾਲੇ, ਜਾ ਕੇ ਪਾਠ ਕਰਨ ਲੱਗ ਕੇ ਬੈਠ ਕੇ, ਹਨਾ ਇੰਨੇ ਜੋਗੇ ਹੋ ਜਾਵੋ ਤਾਬਿਆਂ ਤੇ ਬੈਠ ਸਕੋ, ਹਨਾ। ਹਾਂ, ਵਾਹਿਗੁਰੂ ਮਿਹਰ ਕਰਨਗੇ। ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਵੀ ਅਸੀਂ ਇਸ ਬਜ਼ੁਰਗ ਜੋੜੇ ਦੀ, ਬਜ਼ੁਰਗ ਤਾਂ ਅਕਸਰ ਸਾਰਿਆਂ ਨੇ ਹੋਣਾ, ਅਸੀਂ ਵੀ ਹੋਣਾ, ਹੋਰ ਵੀ ਬਹੁਤ ਸਾਰੇ ਲੋਕ ਬਜ਼ੁਰਗ ਹੁੰਦੇ ਨੇ, ਪਰ ਇਹਨਾਂ ਦਾ ਅਲੱਗ ਤੋਂ ਇੱਕ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੀ ਪ੍ਰੀਖਿਆ ਲਈ ਆ। ਬੇਬੇ ਜੀ ਮੰਜੇ ਤੇ ਪਏ ਨੇ, ਚੱਲ ਫਿਰ ਨਹੀਂ ਸਕਦੇ, 100% ਡਿਸੇਬਲ ਨੇ, ਹਨਾ। ਬਾਪੂ ਜੀ ਬਲਾਈਂਡ ਨੇ 100%, ਬਿਲਕੁਲ ਵੀ ਉਹਨਾਂ ਨੂੰ ਦਿਖਦਾ ਨਹੀਂ। ਪਿੱਛੋਂ ਅੱਖਾਂ ਦੀ ਰੋਸ਼ਨੀ ਆ ਜਿਹੜੀ, ਨਸਾਂ ਇੰਨੀਆਂ ਕਮਜ਼ੋਰ ਸੀ, ਬਾਪੂ ਜੀ ਦੱਸਦੇ ਆ ਵੀ ਜਦੋਂ ਛੋਟੇ ਸੀਗੇ ਉਦੋਂ ਹੀ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਸੀ, ਐਨਕ ਬਹੁਤ ਮੋਟੀ ਲੱਗਦੀ ਸੀ। ਜਿੱਦਾਂ ਜਿੱਦਾਂ ਉਮਰ ਵੱਧਦੀ ਗਈ ਨਿਗਾਹ ਘਟਦੀ ਜਾ ਰਹੀ ਸੀ, ਤੇ ਇੱਕ ਦਿਨ ਜਮਾ ਹੀ ਜ਼ੀਰੋ ਹੋ ਗਈ। ਤੇ ਉਹਦੀ ਕੋਈ ਆਪਸ਼ਨ ਵੀ ਹੈ ਨਹੀਂ, ਕੋਈ ਹੱਲ ਵੀ ਹੈ ਨਹੀਂ, ਪਰ ਉਹਦੇ ਘਰ ਦੇ ਵਿੱਚ ਸਾਰੇ ਹੱਲ ਆ ਜੇ ਆਪਾਂ ਸਾਰੇ ਅਰਦਾਸ ਕਰੀਏ। ਤੇ ਬਾਪੂ ਜੀ ਨੂੰ ਵੀ ਪ੍ਰਮਾਤਮਾ ਕਿਰਪਾ ਕਰਨ, ਦਿਖਣ ਲਾ ਦੇਣ, ਤੇ ਸਾਡੀ ਮਾਂ ਸੁਰਿੰਦਰ ਕੌਰ ਜੀ ਨੂੰ ਵੀ ਚੱਲਣ ਫਿਰਨ ਲਾ ਦੇਣ। ਸਾਰੇ ਅਰਦਾਸ ਕਰਿਓ। ਮਾਤਾ ਸੁਰਿੰਦਰ ਕੌਰ ਕੋਹਲੀ ਤੇ ਬਾਪੂ ਸਾਡਾ ਸਰਬਜੀਤ ਸਿੰਘ ਚੰਡੋਕ, ਹੈਨਾ। ਮਾਤਾ ਜੀ ਦੇ ਬੇਟੇ ਦਾ ਨਾਂ ਗਗਨ ਸੀਗਾ, ਜਿਹੜਾ 4 ਸਾਲ ਦਾ ਸੀ, ਛੋਟੀ ਉਮਰੇ ਹੀ ਪ੍ਰੀਮੈਚੁਰ ਬੇਬੀ ਸੀ, 7ਵੇਂ ਮਹੀਨੇ ਹੋਇਆ ਸੀਗਾ। ਬਸ ਕੁਛ ਕਰਮਾਂ ਦੀ, ਕੁਛ ਕਿਸਮਤ ਦੀ ਖੇਡ ਸੀ, ਪਰ ਕਰਮ ਤੇ ਕਿਸਮਤ ਜਦੋਂ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਬਦਲ ਵੀ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।